ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਨਿੱਘੀ ਜੀ ਆਇਆਂ। ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਕਾਫਲਾ ਟੀਵੀ 7 ਦਿਨ 24 ਘੰਟੇ ਕ੍ਰਾਸ ਕੈਨੇਡਾ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਦੇਖਿਆ ਜਾਣ ਵਾਲਾ ਕਾਫਲਾ ਟੀਵੀ ਤੁਸੀਂ YouTube ਚੈਨਲ, ਫੇਸਬੁੱਕ, ਕਾਫਲਾ ਟੀਵੀ ਦਾ ਪੇਜ ਤੇ ਸੋਸ਼ਲ ਮੀਡੀਆ ਉੱਤੇ ਦੇਖਿਆ ਜਾ ਸਕਦਾ। ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਦਰਸ਼ਕੋ ਤੁਹਾਡੇ ਵਾਸਤੇ ਵਧੀਆ ਤੇ ਜਿਹੜੇ ਐਪੀਸੋਡ ਤੁਹਾਡੇ ਵਾਸਤੇ ਲੈ ਕੇ ਆਈਏ, ਕੁਝ ਜਨਰਲ ਨੌਲੇਜ ਦੀਆਂ ਗੱਲਾਂ ਤੇ ਕੁਝ ਆਪਾਂ ਇਸ ਮੁਲਕ ਦੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾਣ। ਹਮੇਸ਼ਾ ਦੀ ਤਰ੍ਹਾਂ ਅੱਜ ਸਾਡੇ ਸਟੂਡੀਓ ਦੇ ਪਹੁੰਚੇ ਨੇ ਸੁਰਿੰਦਰ ਕਾਸ਼ਪ ਜੀ। ਆਪਾਂ ਪਹਿਲਾਂ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਾਸ਼ਪ ਜੀ ਵੈਲਕਮ, ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ। ਜੀ ਗੱਲ ਸ਼ੁਰੂ ਕਰਾਂਗੇ ਜੀ ਆਪਾਂ ਵਾਸਤੂ ਦੀ ਜਿਹੜੀ ਵਿਦਿਆ ਹੈਗੀ ਆ, ਵਾਸਤੂ ਸ਼ਾਸਤਰ ਦੇ ਉੱਤੇ ਕਿੱਥੋਂ ਆਪਾਂ ਨੂੰ ਉੱਥੋਂ ਜਿਹੜੀ એનર્ਜੀ ਮਿਲਦੀ ਹੈਗੀ ਆ ਵਾਸਤੂ ਤੋਂ, ਇਹ ਆਪਾਂ ਜਾਣਕਾਰੀ ਲਵਾਂਗੇ ਸੁਰਿੰਦਰ ਜੀ ਉਹਨਾਂ ਦੇ ਕੋਲੋਂ, ਕਿਉਂਕਿ ਆਪ ਵੀ ਬੜੇ ਪੜ੍ਹੇ ਲਿਖੇ ਤੇ ਪੜ੍ਹਾਈ ਬਾਰੇ ਵੀ ਆਪਾਂ ਪੁੱਛਾਂਗੇ ਕਿੱਥੋਂ ਕਿੱਥੋਂ ਇਹਨਾਂ ਨੇ ਜਿਹੜੀ ਸਟੱਡੀ ਕੀਤੀ ਹੈਗੀ ਆ ਤੇ ਕਿੰਨੇ ਸਮੇਂ ਤੋਂ, ਕਿੰਨੀਆਂ ਪੁਸ਼ਤਾਂ ਨੇ ਜਿਹੜੀਆਂ ਵਾਸਤੂ ਦੇ ਵਿੱਚ ਇਹ ਜਿਹੜੀ ਪੁਸ਼ਤ ਦਰ ਪਰ ਦਰ ਜਿਹੜੀ ਚੱਲਦੀ ਆ ਰਹੀ ਆ। ਜੀ ਪਹਿਲਾਂ ਤਾਂ ਤੁਸੀਂ ਐਜੂਕੇਸ਼ਨ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਵੋ ਜੀ। ਮੈਂ ਜਿੱਦਾਂ ਹਰ ਵਾਰੀ ਸਾਰੇ ਦਰਸ਼ਕਾਂ ਨੂੰ ਇਹ ਕਿਹਾ ਹੈਗਾ ਕਿ ਮੈਂ ਬੜਾ ਫੇਮਸ ਇੰਸਟੀਚਿਊਟ VRCE ਨਾਗਪੁਰ, ਜਿਹੜਾ ਅੱਜ ਕੱਲ੍ਹ VNIT ਨਾਂ 'ਤੇ ਮਸ਼ਹੂਰ ਹੈਗਾ, ਉਸ ਇੰਸਟੀਚਿਊਟ ਨੂੰ ਮੈਂ ਹਮੇਸ਼ਾ ਹੀ ਪ੍ਰਣਾਮ ਕਰਦਾ। ਅੱਜ ਮੈਂ ਜਿੱਥੇ ਵੀ ਖੜਾ ਹੈਗਾ ਉਸ ਇੰਸਟੀਚਿਊਟ ਦੀ ਵਜ੍ਹਾ ਨਾਲ ਖੜਾ ਹੈਗਾ। ਅਤੇ ਮੇਰੀ ਆਪਣੀ ਇਹ ਕੋਸ਼ਿਸ਼ ਹੈਗੀ ਹੈ ਕਿ ਸੰਸਾਰ ਦੇ ਵਿੱਚ ਸਾਰੇ ਹੀ ਬੱਚੇ, ਵੈਦਰ ਦੇ ਆਰ ਇੰਡੀਅਨ ਔਰ ਦੇ ਆਰ ਨॉन ਇੰਡੀਅਨ, everybody must study high, and this is one of the best way to build a healthy society. हमारी सनातन विद्या मैं जब भी कहता हूँ इसका किसी धर्म से कोई लेना देना नहीं है, जो हमेशा से है एक दूसरे की कैसे हम हेल्प करें, एजुकेशन से हम कैसे और आगे बढ़ें और इस पूरे समाज को, चाहे वो कैनेडियन समाज है, चाहे वो अमेरिकन समाज है, चाहे वो किसी और राष्ट्र का समाज है, हम इसी सोसाइटी से एजुकेशन लेके इसी सोसाइटी को वापस बदले में दें, आने वाली जनरेशन को अच्छे से तैयार करें। हर जगह की एक एनर्जी है, हम वास्तु एनर्जी को किस तरीके से बैलेंस करके आने वाली पीढ़ी को बहुत अच्छे से पढ़ाएं, आने वाली पीढ़ी अपने अपने देश की अच्छे से सेवा कर सके, अपने अपने समाज की अच्छे से सेवा कर सके, और आने वाली पीढ़ी समाज में सिर्फ और सिर्फ प्रेम ही बांटे। इसके बहुत बहुत से नियम, मैं अगर सनातन पद्धति की बात करूँगा तो लोकी अपने टाइम ਦੇ ਵਿੱਚ ਜਿਨ੍ਹਾਂ ਦਿਨਾਂ ਵਿੱਚ ਗੁਰੂਕੁਲ 'ਚ ਪੜ੍ਹਦੇ ਸੀਗੇ, ਵੱਡੇ ਹੋ ਕੇ ਤੁਸੀਂ ਜੋ ਮਰਜ਼ੀ ਖਾਓ ਪੀਓ, ਲੇਕਿਨ ਜਿੰਨੇ ਟਾਈਮ ਤੁਸੀਂ ਪੜ੍ਹਾਈ ਕਰਦੇ ਪਏ ਹੋ ਉਸ ਟਾਈਮ ਸਾਤਵਿਕ ਭੋਜਨ ਖਾਣ ਨਾਲ ਤੁਹਾਨੂੰ ਨੀਂਦ ਘੱਟ ਆਏਗੀ ਤੇ ਤੁਸੀਂ ਪੜ੍ਹਾਈ ਤੇ ਜ਼ਿਆਦਾ ਕੰਸਨਟਰੇਟ ਕਰ ਸਕੋਗੇ। ਜੀ ਨਾਲ ਦੀ ਨਾਲ ਆਪਾਂ ਇਹ ਵੀ ਅੱਜ ਗੱਲ ਕਰਾਂਗੇ ਜਿਹੜੀ ਐਜੂਕੇਸ਼ਨ, ਜਿਹੜੀ ਵਾਸਤੂ ਹੈਗੀ ਆ, ਇਸ ਨੂੰ ਕਿੱਦਾਂ ਆਪਾਂ એનર્ਜੀ ਦੇ ਵਿੱਚ ਕਨਵਰਟ ਕਰ ਸਕਦੇ ਹੈਗੇ ਆ, ਅੱਛੇ ਆਪਾਂ ਵਧੀਆ ਤਰੀਕੇ ਨਾਲ ਜਿਹੜੇ ਪੜ੍ਹ ਸਕਦੇ ਹੈਗੇ ਆ। ਜੀ ਕਿਉਂਕਿ ਆਪਾਂ ਇਸ ਸਾਡੇ ਜਿੰਨੇ ਵੀ ਭਾਵੇਂ ਆਪਾਂ ਏਸ਼ੀਆ ਤੋਂ ਜਾਂ ਇੰਡੀਆ, ਪੰਜਾਬ ਤੋਂ ਲਾਵੋ ਜੀ, ਇਸ ਮੁਲਕਾਂ ਦੇ ਵਿੱਚ ਆਏ ਹੈਗੇ ਆ ਜਾਂ ਜਿਹੜੇ ਇੱਥੇ ਵੀ ਲੋਕੀ ਰਹਿ ਰਹੇ ਨੇ, ਜਿਹੜੀ ਵਾਸਤੂ ਹੁੰਦੀ ਆ ਇਹਨੂੰ ਕਿੱਦਾਂ ਆਪਾਂ એનર્ਜੀ ਦੇ ਵਿੱਚ ਜਨਰੇਟ ਕਰ ਸਕਦੇ ਹੈਗੇ ਆ, ਕਿੱਦਾਂ ਕਨਵਰਟ ਕਰਕੇ ਕਿ ਅਸੀਂ ਹੋਰ ਜ਼ਿਆਦਾ ਪੜ੍ਹੀਏ, ਮਤਲਬ ਕੀ ਕੋਈ ਇਫੈਕਟ ਪੈਂਦਾ, ਫਰਕ ਪੈਂਦਾ ਹੈਗਾ ਇਸ ਚੀਜ਼ਾਂ ਦੇ ਨਾਲ? ਬਿਲਕੁਲ ਜੀ, ਹਰ ਜਗ੍ਹਾ ਦੀ ਇੱਕ एनर्जी ਹੈਗੀ ਹੈ। जिस वेले ਅਸੀਂ गुरुद्वारे जाते हैं या जब हम मंदिर जाते हैं तो उस एरिया की एनर्जी भी हमें अफेक्ट करती है। जैसे जैसे हमारी एनर्जी उसके पैरेलल चलती है, आप देखो मंदिर में जाके, गुरुद्वारे में जाके आप कभी गलत सोच ही नहीं सकते। इसी तरीके से अगर किसी स्कूल की, किसी कॉलेज की अगर अच्छी एनर्जी होएगी तो उत्थे जाके साडा माहौल भी उसी तरीके का बनेगा, साडा मन पढ़ाई विच भी लगेगा। हुण असीं जे अपने घरां दी गल करिए तो हर चीज़ दे 4 पाए हैगे आ। अच्छी एजुकेशन वास्ते सानू 4 पायां की ज़रूरत है। पहला पाया अच्छी हैल्थ होनी चाहिए है।
दूसरा पाया साडा एजुकेशन का बेस अच्छा होना चाहिए हैगा। तीसरा पाया जे सानू पता होए असी उस एजुकेशन का इस्तेमाल की करांगे तो साडे विच एक एंथुजियाज्म अपना बनया रहेगा। I mean, once we are focused, and the focus could be achieved after studying it, after knowing it, that this is the goal which ultimately we have to achieve. The moment we become focused, then we can put our all energies in one direction. और चौथा पाया हैगा सानू स्टेबिलिटी। जे पढ़न दे बाद हर बच्चे नू ये जे पता होए, अगर हर बच्चे को ये पता है कि उसकी एजुकेशन के बाद वो एक अच्छे समाज में एक अच्छी जगह पे खड़ा हो सकता है, और वो एजुकेशन अच्छी कैसे लेगा, एजुकेशन अच्छी ਉਹਦੀ ਕਿੱਦਾਂ ਹੋਏਗੀ, ਜੇ ਉਹਨੂੰ ਇਹ ਪਤਾ ਹੋਵੇ। ਵਾਸਤੂ ਦੀ એનર્ਜੀ ਦੇ ਹਿਸਾਬ ਨਾਲ ਘਰ ਦਾ ਜਿਹੜਾ ਨਾਰਥ ਹੈਗਾ, ਨਾਰਥ ਇਜ਼ ਡਾਇਰੈਕਸ਼ਨ ਆਫ ਅਪੋਰਚੁਨਿਟੀਜ਼। ਜਿਤਨਾ ਘਰ ਦਾ ਨਾਰਥ ਸਾਫ਼ ਹੋਏਗਾ, हर तरीके की सानू नवी नवी अपॉर्चुनिटीज़ आनगियां, अपॉर्चुनिटीज़ ऑफ बिजनेस, अपॉर्चुनिटीज़ ऑफ रिलेशंस, अपॉर्चुनिटी ऑफ एजुकेशन। फिर नॉर्थ ईस्ट वास्तु पुरुष का सर हैगा। दिस इज़ द डायरेक्शन फ्रॉम वेयर all energies spreads into the house. Basically all energies are coming out of from center of the house, and northeast enhances all those energies. वहाँ पे वास्तु पुरुष का सर है। अगर सर अच्छा साफ रहेगा तो आदमी के विचार स्वच्छ होंगे, आदमी को दूरदृष्टि उसकी अच्छी होगी। इसका मतलब हर घर दे विच जे नॉर्थ और नॉर्थ ईस्ट दे विच कोई टॉयलेट नहीं होएगी, कोई किचन नहीं होएगी, और वो हिस्सा साफ होएगा। स्पेशली हम ये देखते हैं कि नॉर्थ ईस्ट डायरेक्शन में अगर हम किसी उल्लू की फ़ोटो लगाते हैं या किसी ईगल की फ़ोटो लगा लेते हैं, तो ईगल और उल्लू बहुत दूर से भी अपनी चीज़ों को पहचान सकते हैं। तो हमारा भी हमारी एजुकेशन के लिए बिल्कुल फोकस सब कुछ हो जाएगा। तो घर का नॉर्थ और नॉर्थ ईस्ट बिल्कुल साफ़ रखें। इसके बाद घर का साउथ वेस्ट, साउथ वेस्ट आपकी स्किल का है, वेस्ट आपकी नॉलेज का है, वेस्ट ऑफ साउथ वेस्ट। अब ये मैं जो छोटी छोटी डायरेक्शन बताता हूँ, इनको आप आसानी से समझ सकते हो। किसी भी घर के सेंटर में खड़े होके आप जिधर से सूरज निकलता उधर मुंह कर लीजिए, तो तुहाडे लेफ्ट हैंड साइड दे विच नॉर्थ है, राइट हैंड साइड दे विच साउथ है, पिछे वेस्ट है। तो लेफ्ट हैंड और बैक के बीच में आपके नॉर्थ वेस्ट है, राइट हैंड और बैक के पीछे साउथ वेस्ट है, और सामने लेफ्ट हैंड और जिधर हम देख रहे हैं उसके बीच की डायरेक्शन नॉर्थ ईस्ट है। तो नॉर्थ ईस्ट डायरेक्शन साफ हो और साउथ वेस्ट डायरेक्शन में भी कोई अगर टॉयलेट किचन नहीं हो तो पढ़ाई बहुत अच्छी हो सकती है। जी वाकई ही अगर ਤੁਸੀਂ ਵਾਸਤੂ ਦੇ ਵਿੱਚ ਜਿਸ ਹਿਸਾਬ ਨਾਲ 100% ਪਰਸ਼ੋ ਤੁਹਾਨੂੰ ਕਹਿ ਰਹੇ ਨੇ, ਦੱਸ ਰਹੇ ਨੇ, ਅਗਰ ਤੁਸੀਂ ਆਪਦੇ ਘਰ ਦੀ ਜਿਹੜੀ ਸਫਾਈ ਹੈਗੀ ਆ, ਘਰ ਦੇ ਈਸਟ ਨਾਰਥ ਕਾਰਨਰ ਦੇ ਵਿੱਚ ਜਾਂ ਕੋਈ ਟਾਇਲਟ ਜਾਂ ਕੋਈ ਆਪਾਂ ਵੈਸੇ ਗਾਰਬੇਜ ਜਿਹੜੇ ਵਿਨ ਹੁੰਦੇ ਨੇ ਉਹ ਰੱਖਦੇ ਨੇ ਹੈਗੇ ਆ, ਮੇਕ ਸ਼ੋਰ ਉਸ ਨੂੰ ਤੁਸੀਂ ਇਸ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਹੋ, ਤਾਂ ਜਿਹੜੇ ਸਕਰੀਨ ਦੇ ਦਿੱਤੇ ਗਏ ਨੰਬਰ ਨੇ ਤਾਂ ਸੁਰਿੰਦਰ ਕਾਸ਼ਪ ਜੀ ਉਹਨਾਂ ਨੂੰ ਤੁਸੀਂ ਕਾਲ ਕਰ ਲਓ। ਤੁਹਾਡੇ ਘਰ ਦੇ ਜਿਹੜੇ ਆ ਨਖਾਰ ਬਦਲ ਸਕਦੀ ਹੈਗੀ ਆ, ਕਿਉਂਕਿ ਵਾਸਤੂ ਜਿਹੜੀ ਇਦਾਂ ਦੀ ਚੀਜ਼ ਆ, ਇੱਕ ਜਿਹੜੀ એનર્ਜੀ ਜਿਹੜੀ ਜਨਰੇਟ ਕਰਦੀ ਹੈਗੀ ਆ, ਉਹ ਕਿੱਦਾਂ ਕਰਦੇ ਹੈਗੇ ਆ ਡਿਟੇਲ ਦੇ ਵਿੱਚ ਸੁਰਿੰਦਰ ਜੀ ਹੋਣੀ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦੇ ਨੇ। ਤੁਸੀਂ ਡਿਟੇਲ ਦੇ ਵਿੱਚ ਹੋਰ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਜੀ ਕਾਸ਼ਪ ਜੀ, ਆਪਾਂ ਗੱਲ ਕਰੀਏ ਵਾਸਤੂ ਜਿਹੜੀ ਹੈਗੀ ਆ એનર્ਜੀ, ਉਹਦੇ ਨਾਲ ਕਿੱਦਾਂ ਬੱਚੇ ਪੜ੍ਹ ਸਕਦੇ ਨੇ? देखो जी, जड़ी वेस्ट हैगी है, वेस्ट इज डायरेक्शन ऑफ गेन्स ऑफ एनीथिंग, वेदर इट इज रिलेटेड टू योर प्रोफेशन, योर करियर, योर एजुकेशन, योर मनी, all these things are being directly linked with वेस्ट साइड। हम कहीं पे भी बैठ के पढ़ें, अगर हम समझो नॉर्थ ईस्ट में बैठ के पढ़ रहे हैं और अपना मुंह एग्जैक्ट वेस्ट की ओर कर लें, तो वहाँ से हमें नॉर्थ ईस्ट की डायरेक्शन की ताकत से हम अपनी एनर्जी को ज़्यादा बैलेंस कर लेंगे। वेस्ट इज़ डायरेक्शन ऑफ गेन्स। वेस्ट दिशा को मुंह करके जब हम पढ़ेंगे तो हमारे पास पढ़ाई आनी शुरू हो जाएगी। यही पढ़ाई जब हम साउथ वेस्ट में बैठ के फिर वेस्ट की ओर मुँह कर लें तो और तरीके से आएगी, लेकिन पढ़ाई आएगी। यही हम जब साउथ में बैठ के
फिर वेस्ट की ओर मूव कर लें तो पढ़ाई और तरीके से आएगी। स्पेशली उन बच्चों के लिए मैं अगले किसी और एपिसोड में आपको ये भी बताऊंगा कि अगर आप साइंस पढ़ रहे हैं तो किस डायरेक्शन की ओर मूव करके पढ़ें ताकि वो एनर्जीज आपको साइंस ज़्यादा अपना पढ़ा सकें। अगर आपको कॉमर्स में अपना पढ़ना है या इकोनॉमिक्स में ज़्यादा पढ़ना है तो किस तरीके से किस डायरेक्शन में बैठ के पढ़ें। और अगर आपको कुछ अध्यात्म या कोई धार्मिक कार्यक्रम अपना में आपकी रुचि है और उसी को अपना करियर बनाना चाहते हैं तो किस दिशा की ओर मुँह करके पढ़ें। अगर आप कोई खेल कूद में आगे जाना चाहते हैं तो खेल कूद से रिलेटेड किताबें किस डायरेक्शन में रख के किधर मुँह करके पढ़ें उसके ऊपर भी मैं बताऊंगा। लेकिन अगर आम तौर पे बच्चों को ये आप प्रॉब्लम महसूस करते हैं कि जी साढ़े बच्चे तो पढ़ते ही नहीं, जिसले साढ़े बच्चे नहीं पढ़ते तो असी उन्होंने बच्चों को स्पैशली वैसट डायरैक्शन दे विच मूव करके जे पढ़ावांगे तो जिन्नी भी चीज़ जो भावें अद्धा घंटा भी पढ़नगे तो वो भी सारी चीज़ उन्हों दे अंदर जाएगी। वट एवर वील बी स्टडिंग वाइल फेसिंग वेस्ट एवरीथिंग विल गेट ग्रैप्स इन योर ब्रेन। जी मतलब ਤੁਸੀਂ ਕਹਿ ਰਹੇ ਹੋ ਜੀ ਜਿਹੜੇ ਪੜ੍ਹਾਈ ਦੇ ਤਰੀਕੇ ਨੇ ਵਾਸਤੂ ਦੀ ਵਿਦਿਆ ਦੇ ਮੁਤਾਬਕ ਜਿਹੜੀਆਂ ਡਾਇਰੈਕਸ਼ਨਾਂ ਤੋਂ ਹੀ ਕੈਚ ਹੁੰਦੇ ਨੇ ਤੁਸੀਂ ਕਿਹੜੇ ਫੀਲਡ ਦੇ ਵਿੱਚ ਜਾਣਾ ਜਾਂ ਮੈਡੀਕਲ ਆ ਜਾਂ ਲਾਇਰ ਹੈਗੇ ਨੇ ਜਾਂ ਮਤਲਬ ਕੋਈ ਸਾਇੰਸ ਦੇ ਵਿੱਚ ਹੈਗਾ ਜਾਂ ਹੋਰ ਕੋਈ ਪੋਲੀਟੀਕਲ ਕੋਈ ਆਪਣੇ ਪੋਲੀਟੀਸ਼ੀਅਨ ਦੇ ਵਿੱਚ ਜਾਣਾ ਚਾਹੁੰਦਾ ਹੈਗਾ ਮਤਲਬ ਇਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਾਂ ਨੇ ਅਲੱਗੋ-ਅਲੱਗ ਵਾਸਤੂ ਦੀ ਵਿਦਿਆ ਦੇ ਮੁਤਾਬਕ ਹੈ ਨੇ। बिल्कुल इदा ही है जी। जी अगर कोई बच्चा समझिए डॉक्टर बनना चाहता है जी तो उसके लिए हेल्थ का जो जोन है वो है नॉर्थ ऑफ नॉर्थ ईस्ट। अगर आप नॉर्थ ऑफ नॉर्थ ईस्ट में कोई भी बच्चा बैठ के वेस्ट डायरेक्शन की ओर मुंह करके अगर बायोलॉजी पढ़ता है तो वो श्योर डॉक्टर जरूर बनेगा। और अगर कोई व्यक्ति कॉमर्स की ओर जाना चाहता है तो वो साउथ वेस्ट में बैठ के या वो नॉर्थ में बैठ के वेस्ट की ओर मुंह करके अगर वो पढ़ेगा तो आप देखेंगे कि उसका मैथमेटिक्स बहुत अच्छा हो जाएगा। और अगर किसी व्यक्ति की फिजिक्स कमज़ोर है तो वो वेस्ट में ही बैठ के वेस्ट डायरेक्शन की ओर मुंह करता है, क्योंकि वेस्ट डायरेक्शन बहुत संभावनाओं को खींच के लाती है, आपके जीवन में नई नई चीज़ें भरती है, वो डायरेक्शन फुलफिलमेंट की है। तो फिजिक्स और केमिस्ट्री आपने जब भी पढ़नी हो तुसी वेस्ट विच बैठो और वेस्ट डायरेक्शन ਨੂੰ ਹੀ फेस कर लो तो तुसी पाओगे कि ਤੁਹਾਡੀ पढ़ाई अगले 10-15 दिन ਦੇ ਵਿੱਚ ਹੀ ਤੁਸੀਂ पूरे साल ਦਾ कोर्स कवर कर सकते हो। जी क्या बात है जी, वाकई ही ਤੁਸੀਂ वास्तु शास्त्र ਦੀ ਜਾਣਕਾਰੀ ਲੈਣਾ ਚਾਹੁੰਦੇ ਹੈਗੇ ਹੋ, ਤੁਹਾਨੂੰ ਕੋਈ ਸਵਾਲ ਨੇ ਤੁਹਾਡੇ ਕੁਐਸਚਨ ਹੈਗੇ ਨੇ ਤਾਂ ਜਿਹੜੇ ਸਕਰੀਨ ਤੇ ਦਿੱਤੇ ਗਏ ਨੰਬਰਾਂ ਉੱਤੇ ਜਿਹੜੇ ਸੁਰਿੰਦਰ ਕਾਸ਼ਿਪ ਜੀ ਉਹਨਾਂ ਦੇ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ। ਨਾਲ ਦੀ ਨਾਲ ਇੱਕ ਹੋਰ ਵੀ ਹੈਗਾ ਜੀ, ਜੇ ਆਪਾਂ ਬੈੱਡ ਦਾ ਜਿਹੜਾ ਫੇਸ ਹੈਗਾ ਜਾਂ ਡੋਰ ਦਾ ਫੇਸ ਹੈਗਾ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੋਣਾ ਚਾਹੀਦਾ ਹੈਗਾ, ਜਿਹੜਾ ਤੁਸੀਂ ਬੈਠ ਕੇ ਸਟੱਡੀ ਕਰਦੇ ਹੈਗੇ ਹੋ ਡੈਸਕ ਦੇ ਉੱਤੇ ਤੇ ਉਹਦਾ ਜਿਹੜਾ ਫੇਸ ਕਿੱਧਰ ਨੂੰ ਹੋਣਾ ਚਾਹੀਦਾ, ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡਾ ਜਿਹੜਾ ਘਰ ਹੈਗਾ ਉਹਦਾ ਜਿਹੜੀ ਡਾਇਰੈਕਸ਼ਨ ਬਹੁਤ ਜ਼ਿਆਦਾ ਜਿਹੜੀ એનર્ਜੀ ਜਨਰੇਟ ਕਰਦੀ ਹੈਗੀ ਆ। ਜਿਸ ਹਿਸਾਬ ਨਾਲ ਦੱਸਿਆ ਤੁਹਾਡੇ ਜਿਹੜਾ ਵਾਸ਼ਰੂਮ ਟਾਇਲਟ ਉਹ ਕਿੱਥੇ ਹੋਣੀ ਚਾਹੀਦੀ ਹੈਗੀ ਆ, ਘਰ ਦੀ ਜਿਹੜੀ ਐਂਟਰਸ ਹੈਗੀ ਆ, ਮਤਲਬ ਤੁਸੀਂ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਇੱਕੋ ਇੱਕ ਨੰਬਰ ਜਿਹੜਾ ਇਹਨਾਂ ਦਾ ਹੈਗਾ ਡਾਇਰੈਕਟ ਕਾਲ ਕੀਤੀ ਜਾ ਸਕਦੀ ਆ। ਹੋਰ ਅਖੀਰ ਦੇ ਵਿੱਚ ਸੁਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੈਗੇ ਹੋ ਤੁਸੀਂ? मैं बस आखिर ਦੇ ਵਿੱਚ ਇਹੋ ਹੀ ਕਹਾਂਗਾ ਕਿ जिस मुल्क ਦੇ ਤੁਸੀਂ ਵਾਸੀ ਹੋ हमेशा अपनी मातृभूमि ना प्यार रखो, अपने देश वास्ते समर्पित भाव रखो। और जिस समाज तो कुछ लेता है, जिन टीचर से हमें कुछ मिला है, उनकी जब हम रिस्पेक्ट करना सीख जाएंगे, जब हमारे मन में अपने टीचर्स के लिए, अपने स्कूल के लिए, अपने माता पिता के लिए ग्रैटिट्यूड भाव आ जाएंगे तो आपकी पढ़ाई सफल हो जाएगी। आपको अपने आप ही पढ़ाई नए नए रास्ते आपके लिए खोलना शुरू कर देगी। सनातन पद्धति यही कहती है और ये शाश्वत सत्य है। जिस व्यक्ति ने अपने गुरुकुल की, अपने स्कूल की रिस्पेक्ट की, अपने टीचर्स की रिस्पेक्ट की, वो हमेशा ऊंचाइयों को छुआ है। हरे कृष्णा जी ਆਪਾਂ ਇਸ ਮੁਲਕਾਂ ਦੇ ਵਿੱਚ ਚੰਗੇ ਭਵਿੱਖ ਵਾਸਤੇ ਆਏ ਆ, ਚੰਗੇ ਪੜ੍ਹਾਈ ਵਾਸਤੇ, ਕਿਉਂਕਿ ਜੀ ਉਸ ਮੁਲਕਾਂ ਦੇ ਵਿੱਚ ਛੱਡ ਕੇ ਆਪਾਂ ਇਸ ਮੁਲਕਾਂ ਦੇ ਵਿੱਚ ਆਏ ਆ। ਆਪਾਂ ਕਹਿੰਦੇ ਆ ਜੀ ਬੱਚਿਆਂ ਵਾਸਤੇ ਅਸੀਂ ਕੰਮ ਕਰਦੇ ਹੈਗੇ ਆ, ਇੰਨਾ ਜ਼ਿਆਦਾ ਦਿਨ ਪਰ ਰਾਤ ਕੰਮਾਂ ਦੇ ਉੱਤੇ 24 ਘੰਟੇ ਰਹਿੰਦੇ ਆ। ਪਰ ਅਗਰ
ਤੁਸੀਂ ਇਸ ਚੀਜ਼ਾਂ ਦੇ ਵਿੱਚ ਵਾਸਤੂ ਦੇ ਵਿੱਚ ਵਾਸਤੂ ਵਿਦਿਆ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਕਿਉਂਕਿ ਇਹਨਾਂ ਦਾ ਖੁਦ ਦਾ 50 ਸਾਲਾਂ ਦਾ ਖੁਦ ਦਾ ਤਜਰਬਾ, ਜਿਹੜੀਆਂ ਆਲਰੇਡੀ 7ਵੀਂ ਪੀੜ੍ਹੀ ਹੈਗੀ ਆ, 7ਵੀਂ ਪੀੜ੍ਹੀ ਦੇ ਵਿੱਚ ਇਹਨਾਂ ਨੂੰ ਦੇਖ ਲਓ ਜੀ ਕਿੰਨਾ ਸਮਾਂ ਜਿਹੜਾ ਲੰਬਾ ਤਜਰਬਾ ਹੈਗਾ। ਤੇ ਇਸ ਕਰਕੇ ਤੁਸੀਂ ਵੀ ਕੋਈ ਵਾਸਤੂ ਵਿਦਿਆ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ, ਤੁਹਾਡਾ ਬਿਜ਼ਨਸ ਅਦਾਰਾ ਨਹੀਂ ਚੱਲਦਾ ਹੈਗਾ, ਤੁਹਾਨੂੰ ਬਿਜ਼ਨਸ ਵਿੱਚ ਘਾਟਾ ਪੈ ਰਿਹਾ ਹੈਗਾ, ਮਤਲਬ ਇਹ ਨਹੀਂਗਾ ਕੋਈ ਇਹ ਤੁਹਾਨੂੰ ਕੋਈ ਜੋਤਿਸ਼ ਦੇ ਨਾਲ ਦੱਸਦੇ ਹੈਗੇ ਨੇ, ਸਿਰਫ ਇੱਕ ਤੁਹਾਡੀ ਜਿਹੜੀ ਘਰ ਦੀ એનર્ਜੀ ਜਿਹੜੀ ਹੈਗੀ ਆ ਉਹਦੇ ਵਿੱਚ ਹੀ ਕੋਈ ਜਾਦੂ ਟੂਣੇ ਜਾਂ ਉਹ ਨਹੀਂ ਤੁਹਾਨੂੰ ਕੁਝ ਦੱਸਦੇ। ਇੱਕ ਤੁਹਾਡੀ ਘਰ ਦੀ ਜਿਹੜੀ એનર્ਜੀ ਹੈਗੀ ਆ ਉਸ ਨੂੰ ਜਨਰੇਟ ਕਰਨਾ, ਕਨਵਰਟ ਕਰਨਾ, ਕਿੱਦਾਂ ਕਰਨਾ ਹੈਗਾ ਕਨਵਰਟ, ਉਹ ਤੁਹਾਨੂੰ ਜਿਹੜੇ ਜ਼ਰੂਰ ਦੱਸਣਗੇ। ਤੇ ਆਪਾਂ ਜਿਹੜਾ ਨੈਕਸਟ ਐਪੀਸੋਡ ਹੈਗਾ ਜੀ ਉਸ ਦੇ ਉੱਤੇ ਵੀ ਆਪਾਂ ਜਿਹੜੀ ਕੰਟੀਨਿਊ ਤੁਸੀਂ ਜੁੜੇ ਰਹੋ। ਐਪੀਸੋਡ ਬਾਅਦ ਦੇ ਵਿੱਚ ਜੁੜਦੇ ਹਾਂ, ਤਦ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ।